दस प्यारे सिर धरी उतारे, एक भोरी दर्शन दीजे। नैन हमारे नैन हमारे प्रिय रंग रंगारे, एक दिल बिना है तेरी, एक दिल बिना है तेरी जय। दर्शन की मन आस घनेरी, दर्शन की मन आस घनेरी, कोई ऐसा संत मुख बिरह मिलावे, कोई ऐसा संत मुख बिरह मिलावे। दर्शन की मन आस घनेरी, दर्शन की मन आस घनेरी, कोई ऐसा संत मोको बिरह मिलावे, कोई ऐसा संत मोको बिरह मिलावे। दर्शन की मन आस घनेरी, एक पल दिन सुनो को कबहु न ब्यावे, एक पल दिन सुनो को कबहु न ब्यावे। दर्शन की मन आस घनेरी, कोई ऐसा संत मोको बिरह मिलावे। कोई ऐसा संत मोको बिरह मिलावे। दर्शन की मन आस घनेरी, दर्शन की मन आस घनेरी, कोई ऐसा संत मोको बिरह मिलावे, कोई ऐसा संत मोको बिरह मिलावे। दर्शन की मन आस घनेरी,
जुग है समाने रेणु भई तब आंत न जाने। रेणु भई तब आंत न जाने, आंत न जाने। दर्शन की मन आस घनेरी, दर्शन की मन आस घनेरी। कोई ऐसा संत मोको बिरहु मिलावे, कोई ऐसा संत मोको बिरहु मिलावे। दर्शन की मन आस घनेरी। पंच दूत मिल बिरहों बिछोड़ी, पंच दूत मिल बिरहों बिछोड़ी। प्रम प्रम रोवे हाथ पछोड़ी। प्रम प्रम रोवे हाथ पछोड़े, प्रम प्रम रोवे हाथ पछोड़े। दर्शन की मन आस घनेरी, दर्शन की मन आस घनेरी। कोई ऐसा संत मोको बिरहु मिलावे, कोई ऐसा संत मोको बिरहु मिलावे। दर्शन की मन आस घनेरी। जिन नानक को हर दर्श दिखाया, जन नानक का हर दर्श दिखाया, दर्श दिखाया। दर्श दिखाया, दर्श दिखाया। जन नानक को हर दर्श दिखाया, आत्म चीन परम सुख पाया। आत्म चीन परम सुख पाया। दर्शन की मन आस घनेरी, दर्शन की मन आस घनेरी। कोई ऐसा संत मोको बिरहु मिलावे, कोई ऐसा संत मोको
दर्शन की मन आस कनेरी, दर्शन की मन आस कनेरी। दर्शन की मन आस घनेरी, कोई ऐसा संत मोको फिर हो मिलावे। ਪਦਾਰਥਾਂ ਦੀ ਭੁੱਖ, ਦੁਨਿਆਵੀ ਵਸਤੂਆਂ ਦੀ ਭੁੱਖ, ਪਤਾ ਨਹੀਂ ਕਿਤਨੀ ਵਾਰ ਸਾਰਾ ਦਿਨ ਲੱਗਦੀ ਹੈ। बार बार लगती है। थोड़ी थोड़ी देर बाद भूख लगती है। कुछ खा लिया, भूख निवृत्त हो गई। फिर कुछ समय बाद भी मैं उनको कुछ खा रहा हूँ, फिर भूख लग गई। पर सतगुरु का फरमान है, जेड़े गुरु के सिख ने ना, जेड़े गुरु के प्यारे ने ना, ਜਿਹੜੀ ਗੁਰੂ ਨਾਨਕ ਦੇ ਦਰੋਂ ਘਰੋਂ ਵਰਸਾਈਆਂ ਹੋਈਆਂ ਆਤਮਾਵਾਂ ਨੇ ਨਾ, ਉਹਨਾਂ ਨੂੰ ਪੁੱਛ ਕੇ ਦੇਖਿਆ ਜਾਏ ਕਿ ਤੁਹਾਨੂੰ ਭੁੱਖ ਕਿਹੜੀ ਲੱਗਦੀ ਹੈ। ਪਦਾਰਥਾਂ ਦੀ ਭੁੱਖ ਹੈ ਕਿ ਉਸ ਪ੍ਰਭੂ ਪਰਮਾਤਮਾ ਦੇ ਦੀਦਾਰ ਦੀ ਭੁੱਖ ਹੈ, ਉਹਦੇ ਦਰਸ਼ਨਾਂ ਦੀ ਭੁੱਖ ਹੈ, ਉਹਦੀ ਲਾਲਸ ਹੈ। ਸਾਨੂੰ ਤੇ ਸਾਰਾ ਦਿਨ ਪਦਾਰਥਾਂ ਦੀ ਭੁੱਖ ਲੱਗਦੀ ਹੈ। ਆਪਣੇ ਆਪਣੇ ਅੰਦਰ ਨਿਗਾਹ ਮਾਰ ਕੇ ਵੇਖੋ ਸਾਨੂੰ ਭੁੱਖ ਕਿਹੜੀ ਲੱਗਦੀ ਹੈ। ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ, ਸਾਨੂੰ ਆਪਣਾ ਪਤਾ ਹੈ। ਔਰ ਜਿਸ ਦਿਨ, ਜਿਸ ਵਕਤ, ਜਿਸ ਘੜੀ ਸਹੀ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਪਹਿਚਾਣ ਪਾਏ ਨਾ ਵੀ ਅਸੀਂ ਕੌਣ ਹਾਂ, ਬਸ ਉਸੇ ਵਕਤ ਉਸੇ ਘੜੀ ਉਹ ਜਿਹੜੀ ਅਸਲ ਭੁੱਖ ਹੈ ਉਹ ਸਾਨੂੰ ਲੱਗਣੀ ਸ਼ੁਰੂ ਹੋ ਜਾਏਗੀ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ, ਸਾਰੇ ਕਿਰਪਾ ਕਰੋ ਆਖੋ ਜੀ ਸਤਨਾਮ ਸ਼੍ਰੀ। ਉਹ ਫਿਰ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ, ਪਰ ਉਦੋਂ ਤੱਕ ਨਹੀਂ ਲੱਗਦੀ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਪਹਿਚਾਣ ਪਾ ਰਹੇ।
ਮਨੁੱਖ ਦੇ ਕੋਲ ਬੜਾ ਕੁਝ ਹੈ, ਭੰਡਾਰ ਭਰਿਆ ਪਿਆ। ਪਰ ਕਰੀਏ ਕੀ? ਭਗਤ ਰਵਿਦਾਸ ਜੀ ਕਹਿੰਦੇ ਨੇ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ। ਬਾਬਾ ਭਗਤ ਰਵਿਦਾਸ ਜੀ ਦੀ ਪੰਕਤੀ ਸ਼ਬਦ ਹੈ, ਨਾਥ ਕਛੂ ਨ ਜਾਨੋ, ਮਨ ਮਾਇਆ ਕੇ ਹਾਥ ਬਿਖਾਨੋ। ਭਗਤ ਰਵਿਦਾਸ ਜੀ ਵੀ ਤਰਲਾ ਕਰਦੇ ਨੇ, ਆਂਦੇ ਨੇ ਪਰਮੇਸ਼ਰ ਮੇਰੇ ਤੇ ਕਿਰਪਾ ਕਰ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪੰਜ ਜਿਹੜੇ ਨੇ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਵੀ ਕਹਿੰਦੇ ਨੇ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਜ ਬਿਖਾਦੀ। ਸਤਿਗੁਰੂ ਕਹਿੰਦੇ ਨੇ ਉਹ ਪੰਜ ਨੇ, ਪੰਜ ਬਿਖਾਦੀ ਏਕ ਗਰੀਬਾ, ਮੈਂ ਕੱਲਾ ਵਾਂ। ਆਖੋ ਸਤਨਾਮ ਸ੍ਰੀ, ਮੈਂ ਕੱਲਾ ਵਾਂ। ਹੁਣ ਕੱਲਾ ਮਨੁੱਖ ਪੰਜਾਂ ਨਾਲ ਕਿਵੇਂ ਲੜੇਗਾ? ਯੁੱਧ ਲੜਨ ਵਾਲੀ ਗੱਲ ਹੈ ਨਾ ਪੰਜਾਂ ਦੇ ਨਾਲ। ਮੈਂ ਕਹਿੰਦਾ ਇੱਕ ਨੂੰ ਵੀ ਜਿੱਤ ਪਾਈਏ ਤੇ ਬੜੀ ਵੱਡੀ ਗੱਲ ਹੈ। ਇੱਕ ਦੇ ਨਾਲ ਹੀ ਸਾਡਾ ਮੁਕਾਬਲਾ ਹੋ ਜਾਏ, ਭਾਵੇਂ ਕਾਮ ਹੈ, ਭਾਵੇਂ ਕ੍ਰੋਧ ਹੈ, ਭਾਵੇਂ ਲੋਭ ਹੈ, ਭਾਵੇਂ ਮੋਹ ਹੈ, ਭਾਵੇਂ ਹੰਕਾਰ ਹੈ, ਇੱਕ ਦੇ ਨਾਲ ਹੀ ਜਿੱਤ ਲਓ। ਪਰ ਕਿੱਥੇ ਬੜਾ ਔਖਾ ਹੈ। ਜਦ ਤੱਕ ਇਹ ਲੜਾਈ ਅਸੀਂ ਜਿੱਤਦੇ ਨਹੀਂ, ਉਦੋਂ ਤੱਕ ਸਾਨੂੰ ਆਪਣੇ ਆਪ ਨੂੰ ਆਪਣਾ ਪਤਾ ਹੀ ਨਹੀਂ ਲੱਗਣਾ ਵੀ ਅਸੀਂ ਕੌਣ ਹਾਂ। ਅਸੀਂ ਦੂਸਰੇ ਦਾ ਤਾਂ ਕੁਐਸਚਨ ਕਰਦੇ ਨੇ, ਹਾਂ ਵੀ ਕੌਣ ਹੈ ਤੂੰ। ਦੂਸਰੇ ਤੇ ਕਹਿਣਾ ਆਸਾਨ ਹੁੰਦਾ ਹੈ, ਪਰ ਕਦੀ ਆਪਣੇ ਆਪ ਨੂੰ ਪੁੱਛ ਕੇ ਦੇਖੋ, ਤੂੰ ਕਿਹੜੇ ਰਸਤੇ ਚੋਂ ਗੁਜ਼ਰ ਰਿਹਾ, ਤੂੰ ਕਿਹੜੇ ਰਾਹ ਵੱਲ ਤੁਰਿਆ ਹੋਇਆ, ਤੂੰ ਕਿਹੜਾ ਰਸਤਾ ਅਪਣਾ ਲਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਪੁੱਛਤ ਪਥਕ ਤਹਿ ਮਾਰਗ ਨਾ ਧਾਰੇ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਗੱਲਾਂ ਦੇ ਨਾਲ ਤੇ ਪ੍ਰਭੂ ਨੂੰ ਨਹੀਂ ਮਿਲ ਸਕਦੇ। ਗੱਲਾਂ ਦੇ ਨਾਲ ਆਪਣੇ ਪਿਆਰੇ ਨੂੰ ਮਿਲ ਲਏਗਾ, ਆਪਣੇ ਪ੍ਰੀਤਮ ਨੂੰ ਮਿਲ ਲਏਗਾ। ਗੱਲਾਂ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ, ਗੁਰੂ ਤੱਕ ਪਹੁੰਚ ਪਾਏਗਾ। ਗੱਲਾਂ ਅਸੀਂ ਸਾਰੇ ਬਹੁਤ ਕਰਦੇ ਹਾਂ, ਕਿਹੜਾ ਘੱਟ ਕਰਦਾ ਹੈ? ਗੱਲਾਂ ਕਰਦਿਆਂ ਕਰਦਿਆਂ ਇਹ ਜੀਵਨ ਆ ਗਿਆ, ਇਹ ਉਮਰ ਆ ਗਈ, ਇਹ ਦਿਨ ਬੀਤ ਗਏ, ਹਾਲਾਂ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਪਛਾਣ ਪਾਏ ਵੀ ਅਸੀਂ ਕੌਣ। ਅਸੀਂ ਦੂਸਰਿਆਂ ਨੂੰ ਕਹੀ ਜਾਂਦੇ, ਦੂਸਰਿਆਂ ਤੇ ਸਵਾਲ ਪਟਕ ਕਰੀ ਜਾਂਦਾ ਬੰਦਾ, ਆਪਣੇ ਆਪ ਦੀ ਪਹਿਚਾਣ ਨਹੀਂ ਹੈ। ਮੈਂ ਕੌਣ ਹਾਂ? ਜਿਸ ਦਿਨ ਮੈਂ ਕੌਣ ਹਾਂ ਦੀ ਮੈਂ ਵਿੱਚੋਂ ਨਿਕਲ ਗਈ ਨਾ, ਇਹ ਗੱਲ, ਇਹ ਬਚਨ ਜ਼ਰਾ ਧਿਆਨ ਦੇਣਾ। ਮੈਂ ਦੁਬਾਰਾ ਕਹਿਣ ਲੱਗਾ, ਜਿਸ ਦਿਨ, ਜਿਸ ਪਲ, ਜਿਸ ਘੜੀ ਮੈਂ ਕੌਣ ਦੇ ਵਿੱਚੋਂ ਮੈਂ ਸ਼ਬਦ ਨਿਕਲ ਗਿਆ ਨਾ, ਉਦੋਂ ਫਿਰ ਜਿਹੜੀ ਵਿੱਚ ਉਹ ਦੀਵਾਰ ਹੈ ਨਾ, ਉਹ ਟੁੱਟ ਜਾਏਗੀ, ਉਹ ਹਟ ਜਾਏਗੀ। ਹਾਲਾਂ ਤੱਕ ਤੇ ਮੈਂ ਦਾ ਗੁਬਾਰ ਹੈ ਸਾਡੇ ਸਿਰ ਤੇ, ਇਸ ਕਰਕੇ ਸਾਨੂੰ ਪਹਿਚਾਣ ਨਹੀਂ ਹੁੰਦੀ। ਮਾਲਕ ਦੇ ਦਰਸ਼ਨਾਂ ਦੀ ਤੇ ਬੜੀ ਵੱਡੀ ਗੱਲ ਹੈ, ਬੜੀ ਦੂਰ ਹੈ ਮੰਜ਼ਿਲ। ਉਹਦਾ
ਦੀਦਾਰ ਤੇ ਇੱਥੇ ਬੈਠਿਆ ਵੀ ਹੋ ਸਕਦਾ ਹੈ, ਹੁਣ ਵੀ ਹੋ ਰਿਹਾ ਹੈ, ਹੁਣ ਵੀ ਹੋ ਰਿਹਾ ਹੈ। ਦੀਦਾਰ ਦੀਦਾਰ ਹੈ, ਦਰਸ਼ਨ ਦਰਸ਼ਨ ਹੈ ਨਾ, ਸਾਡੇ ਕੋਲ ਅੱਖਾਂ ਨਹੀਂ ਨੇ। ਸਾਡੇ ਕੋਲ ਅੱਖਾਂ ਨਹੀਂ, ਅੱਖਾਂ ਸਾਡੇ ਕੋਲ ਹੈ ਨੇ, ਨੇਤਰ ਸਾਡੇ ਕੋਲ ਹੈ ਨੇ, ਜੋਤੀ ਸਾਡੇ ਕੋਲ ਹੈ, ਪਰ ਅਸੀਂ ਲੋਕਾਚਾਰੀ ਨੂੰ ਵੇਖਣ ਵਾਸਤੇ, ਦੁਨੀਆ ਦਾ ਸਰਸਵਾਸ ਵੇਖਣ ਵਾਸਤੇ ਐ। ਬੜੀ ਵਾਰੀ ਬੇਨਤੀ ਕਰਦਾ ਹਾਂ, ਬਹੁਤ ਵਾਰੀ, ਆਪਣੇ ਅੰਦਰ ਹੀ ਨਿਗਾਹ ਮਾਰ ਕੇ ਵੇਖ ਲਈਏ, ਸਭ ਕੁਝ ਘਰ ਮੈਂ ਬਾਹਰ ਨਾ। ਤੇ ਅਸੀਂ ਕੀ ਕਰ ਰਹੇ ਹਾਂ? ਬਾਹਰ ਟੋਲਾ ਸੋ ਭਰਮ ਭੁਲਾਈ। ਮਾਧਵੇ ਕਿਆ ਕਹੀਏ, ਭ੍ਰਮ ਐਸਾ, ਇਹ ਭਰਮ ਸਾਡੇ ਕੋਲ ਪਿਆ। ਸਭ ਕੁਝ ਘਰ ਮੈਂ ਬਾਹਰ ਨਾਹੀ, ਬਾਹਰ ਟੋਲਾ ਸੋ ਭਰਮ ਭੁਲਾਈ। ਗੁਰ ਪ੍ਰਸਾਦੀ, ਜਿਹਦੀ ਕਿਰਪਾ ਹੋ ਜਾਏ, ਉਹਦੀ ਬਖਸ਼ਿਸ਼ ਹੋ ਜਾਏ, ਉਹਦੀ ਰਹਿਮਤ ਹੋ ਜਾਏ, ਜਿਹਨੇ ਅੰਤਰ ਪਾਇਆ, ਉਹਦੀ ਕਿਰਪਾ ਨਾਲ ਹੀ ਗੱਲ ਬਣਨੀ। ਜਦੋਂ ਮੈਂ ਨੂੰ ਮੈਂ ਦੀ ਮੈਂ ਦੇ ਵਿੱਚੋਂ ਕੱਢ ਦਿਆਂਗੇ ਨਾ, ਇੱਕ ਗੱਲ ਹੋਰ ਆਪ ਜੀ ਦੇ ਸਾਹਮਣੇ ਰੱਖਾਂ, ਜਿਹੜਾ ਮੈਂ ਸ਼ਬਦ ਹੈ ਨਾ, ਮੈਂ ਜਿਹੜਾ ਵਰਡ ਹੈ, ਉਹ ਗੁਰੂ ਗ੍ਰੰਥ ਸਾਹਿਬ ਤੇ ਬੜੀ ਵਾਰੀ ਆਇਆ ਹੈ। ਧਿਆਨ ਦੇਣਾ, ਮੈਂ ਸ਼ਬਦ ਜਿਹੜਾ ਹੈ, ਮੈਂ ਜਿਹੜਾ ਅੱਖਰ ਹੈ, ਮੈਂ ਜਿਹੜਾ ਵਰਡ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਹੈ, ਪਰ ਆਇਆ ਕਾਹਦੇ ਵਾਸਤੇ? ਬਾਣੀ ਵਿੱਚ ਸਾਹਿਬ ਕਹਿੰਦੇ ਨੇ, ਮੈਂ ਬੋਰੀ ਮੇਰਾ ਰਾਮ ਅਵਤਾਰ, ਰਚ ਰਚ ਤਾਂ ਕੋ ਕਰੋ ਸੀਗਾ। ਮੈਂ ਸ਼ਬਦ ਹੈ, ਪਰ ਕਿਹਦੇ ਵਾਸਤੇ? ਅਗਲਾ ਬਚਨ ਸੁਣੋ, मेरे बाबा मैं बोरा, बोलो सारे, मेरे बाबा मैं बोरा, मैं बोरा, मैं बोरा, मैं सब खलक सियानी, मैं बोरा, मेरे बाबा ਸ਼ਬਦਾਂ ਵਿੱਚ ਮੈਂ ਆਖਰ ਹੈ। ਪਰ ਇਸ ਮੈਂ ਦੀ ਜਿਹੜੀ ਉਪਜ ਹੈ ਉਹ ਹੰਕਾਰ ਨਹੀਂ ਹੈ। ਇੱਥੇ ਮੈਂ ਵਿੱਚੋਂ ਨਿਕਲੀ ਹੋਈ ਹੈ। ਜਿੱਥੋਂ ਹੰਕਾਰ ਪੈਦਾ ਹੁੰਦਾ ਉਹ ਨਿਕਲ ਚੁੱਕੀ ਹੈ। ਉੱਥੇ ਸਿਰਫ ਇਹੀ ਹੈ ਕਿ ਹੁਣ ਸਿਰਫ ਤੂੰ ਹੈ, ਇੱਕ ਤੂੰ ਹੀ ਨਿਰੰਕਾਰ, ਰਸਨਾ ਜਪਦੀ ਤੂੰ ਹੀ ਤੂੰ ਹੀ। ਉਹਦਾ ਦੀਦਾਰ, ਉਹਦੇ ਦਰਸ਼ਨ ਤੇ ਤਾਂ ਹੀ ਪ੍ਰਾਪਤ ਹੋਣਗੇ। ਜਦੋਂ ਹੰਕਾਰ ਵਾਲੀ ਭਾਵਨਾ ਮੈਂ ਸ਼ਬਦ ਅੰਦਰੋਂ ਨਿਕਲ ਜਾਏਗਾ ਤੇ ਮੈਂ ਸ਼ਬਦ ਆ ਜਾਏਗਾ, ਕਿਹੜਾ? ਮੈਂ ਬੌਰੀ ਮੇਰਾ ਰਾਮ ਅਵਤਾਰ। ਗੱਲ ਫਿਰ ਬਣੇਗੀ ਜੀਵਨ ਦੀ। ਇੱਕ ਬਚਨ ਕਹਿ ਕੇ ਆਪਾਂ ਸਮਾਪਤੀ ਕਰੀਏ, ਕਿਉਂਕਿ 10 ਮਿੰਟ ਪ੍ਰੋਗਰਾਮ ਲੇਟ ਸੀ। ਆਪਾਂ ਉਹਦਾ ਲਾਹਾ ਲੈ ਲਈਏ। ਜਿਹੜੇ ਆਏ ਹੋ ਤੁਸੀਂ ਭਾਗਾਂ ਵਾਲੇ ਹੋ, ਇੰਨੇ
ਖਰਾਬ ਮੌਸਮ ਦੇ ਵਿੱਚ ਵੀ, ਬੜਾ ਖਰਾਬ ਵੈਦਰ ਹੈ ਬਾਹਰ ਦਾ ਵੀ, ਪਰ ਫਿਰ ਵੀ ਤੁਸੀਂ ਕਿਰਪਾ ਕੀਤੀ ਹੈ। ਤੁਹਾਡੇ ਮਨ ਵਿੱਚ ਚਾਹ ਹੈ, ਸਨੇਹ ਹੈ, ਗੁਰੂ ਲਈ ਮੁਹੱਬਤ ਹੈ, ਗੁਰੂ ਲਈ ਇਸ਼ਕ ਹੈ। ਜਿਨ੍ਹਾਂ ਨੇ ਆ ਕੇ ਹਾਜ਼ਰੀ ਲਾਈ ਹੈ, ਆਪਣੇ ਜੀਵਨ ਨੂੰ ਸਫਲਾ ਕੀਤਾ ਹੈ, ਦੂਰੋਂ ਦੂਰੋਂ ਚੱਲ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਤੁਸੀਂ ਦਰਸ਼ਨੋਂ ਦੀਦਾਰ ਕਰਨ ਆਏ ਹੋ। ਇੱਕ ਵਾਰੀ ਆਖੋ ਸਤਨਾਮ ਸ੍ਰੀ। ਇੱਕ ਵਾਰੀ ਪੰਕਤੀਆਂ ਪੜੋ ਸਾਰੇ। ਦਰਸ਼ਨ ਕੀ ਮਨ ਆਸ ਘਨੇਰੀ, ਦਰਸ਼ਨ ਕੀ मन आस घनेरी, कोई ऐसा संत हो मेरे हो मिला, कोई ऐसा संत हो मेरे हो मिला। इतिहास के पन्ने ते लिखिया होया ये वचन गुरु दा सरवण कर लो, बड़े ध्यान नाल सुनिया जी। गुरसिख होया, ਉਹਦਾ ਨਾਂ ਸੀ ਭਗਤ ਕੰਠਾ। ਤੇ ਉਹ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਹੋਇਆ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਸ ਸਿੱਖ ਦੀਆਂ ਅੱਖਾਂ ਜੋਤਨਾ ਉਹ ਚਲੀਆਂ ਗਈਆਂ ਸੀ, ਭਾਵ ਕਿ ਵੇਖ ਨਹੀਂ ਸੀ ਸਕਦਾ। ਜਿਹਨੂੰ ਆਪਾਂ ਕਈ ਵਾਰੀ ਬਲਾਈਂਡ ਵੀ ਕਹਿੰਦੇ ਨੇ, ਇਹ ਬਲਾਈਂਡ ਹੈ, ਇਹ ਵੇਖ ਨਹੀਂ ਸਕਦਾ, ਇਹ ਸੂਰਦਾਸ ਹੈ। ਕਿਸੇ ਵਿਰਾਗ ਵਿੱਚ, ਕਿਸੇ ਪਿਆਰ ਵਿੱਚ ਘਰ-ਬਾਰ ਛੱਡ ਦਿੰਦਾ ਹੈ, ਨਿਕਲ ਜਾਂਦਾ ਹੈ, ਜੰਗਲਾਂ ਵਿੱਚ ਚਲਾ ਜਾਂਦਾ ਹੈ। ਹਰ ਪਲ ਹਰ ਘੜੀ ਆਪਣੇ ਸਤਿਗੁਰੂ ਨੂੰ ਯਾਦ ਕਰੀ ਜਾਂਦਾ ਹੈ, ਯਾਦ ਕਰੀ ਜਾਂਦਾ ਹੈ, ਯਾਦ ਕਰੀ ਜਾਂਦਾ ਹੈ। ਤੇ ਉਹਨੂੰ ਇਸ ਗੱਲ ਦਾ ਅਹਿਸਾਸ ਵੀ ਸੀ ਤੇ ਪਤਾ ਵੀ ਸੀ ਕਿ ਕਿਸੇ ਨਾ ਕਿਸੇ ਵੇਲੇ ਤੇ ਗੁਰੂ ਮੈਨੂੰ ਦਰਸ਼ਨ ਦੇਵੇਗਾ ਹੀ ਦੇਵੇਗਾ। ਇੱਕ ਵਾਰੀ ਆਖੋ ਸਤਨਾਮ ਸ੍ਰੀ। ਕਦੀ ਤੇ ਹੋਵੇਗੀ ਨਾ ਕਿਰਪਾ। ਆਸ ਨਹੀਂ ਟੁੱਟਣੀ ਚਾਹੀਦੀ। ਅਸੀਂ ਇਸੇ ਗੱਲੋਂ ਫੇਲ ਹੋ ਜਾਂਦੇ ਹਾਂ ਜਦੋਂ ਅਸੀਂ ਆਪਣੀ ਆਸ ਤੋੜ ਬੈਠੇ। ਪਤਾ ਨਹੀਂ ਗੁਰੂ ਨੇ ਸਾਡੇ ਤੇ ਰਹਿਮਤ ਕਰਨੀ ਹੈ ਕਿ ਨਹੀਂ ਕਰਨੀ, ਸਾਡੇ ਤੇ ਕਿਰਪਾ ਕਰਨੀ ਹੈ ਕਿ ਨਹੀਂ ਕਰਨੀ, ਸਾਡਾ ਕਾਰਜ ਹੋਵੇਗਾ ਕਿ ਨਹੀਂ ਹੋਵੇਗਾ। ਅਸੀਂ ਇਹਨੇ ਫਿਕਰਾਂ ਵਿੱਚ ਪੈ ਗਏ। ਭਾਵ ਵਿਸ਼ਵਾਸ ਘੱਟ ਹੈ, ਫੇਥ ਘੱਟ ਹੈ, ਭਰੋਸਾ ਘੱਟ ਹੈ, ਸਿਦਕ ਘੱਟ ਹੈ। ਤੇ ਜਿਸ ਦਿਨ ਸਾਡਾ ਸਿਦਕ, ਫੇਥ, ਭਰੋਸਾ ਉਸ ਸਤਿਗੁਰੂ ਤੇ ਬਣ ਗਿਆ ਨਾ, ਉਧਰੋਂ ਮੈਂ ਦੀ ਮੈਂ ਨਿਕਲ ਜਾਣੀ ਹੈ ਤੇ ਉਸੇ ਪਲ, ਉਸੇ ਘੜੀ ਉਹਦਾ ਦੀਦਾਰ ਵੀ ਹੋ ਜਾਣਾ ਹੈ। ਬੋਲੋ ਸ੍ਰੀ। ਗੱਲ ਇਹ ਨਹੀਂ ਕੀ ਹੈ। ਇੱਕ ਦਿਨ ਦੀ ਗੱਲ ਹੈ, ਇਤਿਹਾਸ ਤੇ ਬਹੁਤ ਲੰਬਾ ਹੈ, ਪਰ ਮੈਂ ਉਹਦੇ ਵਿੱਚੋਂ ਥੋੜੇ ਜਿਹੇ ਵਰਡਸ ਲੈ ਕੇ ਤੁਹਾਡੇ ਭੇਟਾ ਕਰਦਾ। ਇੱਕ ਦਿਨ ਬਹੁਤ ਜ਼ਿਆਦਾ ਵੈਰਾਗ ਵਿੱਚ ਆ ਗਿਆ। ਉਹ ਆਪਣੀ ਝੁੱਗੀ ਦੇ ਵਿੱਚੋਂ ਸੋਟੀ ਹੱਥ 'ਚ ਲੈ ਕੇ ਬਾਹਰ ਨਿਕਲਦਾ ਹੈ, ਪਰ ਕੁਝ ਨਜ਼ਰ ਤੇ ਆਉਂਦਾ ਨਹੀਂ। ਠੋਕਰ ਖਾਂਦਾ ਹੈ, ਡਿੱਗ ਪੈਂਦਾ ਹੈ। ਜੰਗਲ ਦਾ ਰਸਤਾ ਹੈ, ਫਿਰ ਵਾਪਸ ਆਪਣੇ ਦਰਵਾਜ਼ੇ ਤੱਕ ਆ ਜਾਂਦਾ ਹੈ।
ਕਰਦੇ ਆ ਨਾ, ਰਾਤ ਅੱਗੇ ਲੰਘਣੀ ਸ਼ੁਰੂ ਹੋ ਗਈ। ਜਿਉਂ-ਜਿਉਂ ਰਾਤ ਹੁੰਦੀ ਜਾ ਰਹੀ ਹੈ, ਤਿਉਂ-ਤਿਉਂ ਇਹਦਾ ਵਿਰਾਗ ਵੱਧਦਾ ਜਾ ਰਿਹਾ ਹੈ, ਵੱਧਦਾ ਜਾ ਰਿਹਾ ਹੈ, ਵੱਧਦਾ ਜਾ ਰਿਹਾ ਹੈ, ਵੱਧਦਾ ਜਾ ਰਿਹਾ ਹੈ। ਮੇਰੇ ਸਤਿਗੁਰਾਂ ਹੁਣ ਤੇ ਕਿਰਪਾ ਕਰ, ਹੁਣ ਤੇ ਬਖਸ਼ਿਸ਼ ਕਰ। मेरा प्रीतम प्यारा हाँ तिस पे आप विचार, दर्शन हर देखण कहता है। अमृत वेला होया ते इधर गुरु हरगोबिंद साहब जी महाराज झटपट उठ बैठे। गुरसिख सेवादार ने आवाज मारी, छेती आ भाई। आंदे साहब जी ठीक हो? एडी काली अकल लगे, इंज कर साडा घोड़ा तैयार करो, काठी पाओ। अख लगे साहब जी इस वक्त? अख लगे हाँ। 7 बजे घोड़ा तैयार हो गया। सतगुरु कोल बड़े 2 कीमती घोड़े सन। घोड़े तो बहुत सन पर बड़े एक्सपेंसिव सन 2 घोड़े। सतगुरु ने उन्हों का नाम रखा सी दिलबाग ते गुलबाग। दिलबाग ते गुलबाग बड़े कीमती घोड़े सन, तुर्कस्तान तो लियाते हुए। एक घोड़ा तैयार हो गया थे, सतगुरु आए। सेवादार ने जोड़ बेनती की, महाराज असी नाल चलीए। अख लगे नहीं, तुसीं इत्थे रहो, असी हुणे आए। इधर ये भगत कैंठा, बस ध्यान देना थोड़े जे लफ्ज ने। सोटी के आसरे बाहर निकलिया, कोशिश कर रहा है कि डिगदा टैंदा गुरु के चरणों में मैं पहुँच जावांगा। कोशिश तो हर मनुख करता है, डिगदा भी है, टैंदा भी है। ते कई बारी मनुख नूं ठोकरां खा के भी समझ नहीं आती, गिर के भी नहीं समझ आती। गिरदा तो बड़ी वारी है, ठोकरां तो बड़ी वारी वजदियां ने। ये समझदा वही है जिहदे ते उस मेरे सच्चे पातशाह दा आप बख्शिश भरिया हाथ हो जाए। बोलो श्री गुरु हरगोबिंद साहब जी घोड़े नूं थापी दिंदे ने, कहंदे ने चल प्यारिया छेती चल। उस अपने गुरसिख दे दर्शन करके आइए। बोलो श्री गुरु भी ऐसे गुरसिखां दे दर्शन करन आप तो नहीं। जे गुरसिख हो गए सही, सिख ते असीं सारे ही। एक्चुअल सिख का नाम जिहड़ा ना, उसकी ट्रांसलेशन है शिक्षा। जिहदे कोल गुरु की शिक्षा है, जिस कोल गुरु का मार्ग है, वही गुरसिख है। बोलो श्री बस यह गल पल्ले बन लिया। सतगुरु ਇਹਦੇ ਕੋਲ पहुंच गए ने, कोल जाके खलो गए ने।
ਇਹਨੂੰ ਘੋੜੇ ਦੇ ਪੈਰਾਂ ਦੀ ਆਵਾਜ਼ ਆਈ ਹੈ ਤੇ ਜਾਪਿਆ ਵੀ ਸ਼ਾਇਦ ਕੋਈ ਲੰਘ ਰਿਹਾ ਹੈ। ਇੰਨੇ ਚਿਰ ਨੂੰ ਮੇਰੇ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਮਾਰੀ, ਕੰਠਿਆ ਅਸੀਂ ਆ ਗਏ ਹਾਂ। ਬੋਲੋ ਸ੍ਰੀ। ਮੰਗ ਕੀ ਮੰਗਣਾ ਹੈ? ਹੁਣ ਤੁਸੀਂ ਗੁਰਸਿੱਖ ਯਾਦ ਕਰੇ ਤੇ ਸਤਿਗੁਰੂ ਮੇਰਾ ਕੋਲ ਆ ਜਾਏ, ਉਹਦੀ ਹਾਲਤ ਕੀ ਹੋਵੇ? ਪਾਤਸ਼ਾਹ ਏਡੀ ਕਿਰਪਾ, ਏਡੀ ਦਿਆਲਤਾ, ਏਡੀਆਂ ਰਹਿਮਤਾਂ ਕੀਤੀਆਂ ਨੇ। ਟਿਕਦੇ ਟਹਿੰਦੇ ਨੇ ਸਤਿਗੁਰ ਘੋੜੇ ਤੇ ਸਵਾਰ ਨੇ, ਰਕੇਬ ਦੇ ਵਿੱਚ ਸਤਿਗੁਰ ਦਾ ਚਰਨ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਤੇ ਜਾ ਕੇ ਚਰਨ ਫੜ ਲਏ। ਸਤਿਗੁਰ ਨੇ ਸਿਰ ਤੇ ਹੱਥ ਰੱਖਿਆ, ਕੰਠਿਆ ਮੰਗ ਲੈ, ਕੀ ਮੰਗਣਾ ਹੈ? ਆਖਣ ਲੱਗੇ ਪਾਤਸ਼ਾਹ ਜੀ ਏਡੀ ਕਿਰਪਾ ਕੀਤੀ ਜੇ, ਏਡੀ ਬਖਸ਼ਿਸ਼ ਕੀਤੀ ਜੇ, ਏਡੀ ਰਹਿਮਤ ਕੀਤੀ ਜੇ ਨਾ, ਤੇ ਮੈਨੂੰ ਇਹ ਅੱਖਾਂ ਦੇ ਦਿਓ, ਮੈਂ ਤੁਹਾਡਾ ਦੀਦਾਰ ਕਰ ਲਵਾਂ। ਬੋਲੋ ਸ੍ਰੀ। ਮੇਰਾ ਗੁਰੂ ਹੈ ਕਿਸ ਤਰ੍ਹਾਂ ਦਾ? ਅੱਖਾਂ ਭਾਵੇਂ ਹੈ ਨੇ ਜਾਂ ਭਾਵੇਂ ਨਹੀਂ, ਇਸ ਗੱਲ ਦਾ ਸਵਾਲ ਨਹੀਂ ਹੈ। ਦੀਦਾਰ ਤੇ ਅੰਦਰ ਹੀ ਹੈ, ਵੇਖਣਾ ਤੇ ਅੰਦਰ ਹੀ ਹੈ। ਇਹੀ ਅੱਖਾਂ ਫਿਰ ਅੰਦਰ ਕੰਮ ਕਰਦੀਆਂ ਨੇ, ਅੰਦਰੋਂ ਫਿਰ ਦਿਸਦਾ ਹੈ ਕਿ ਮੇਰਾ ਸਾਹਿਬ ਤੇ ਮੇਰੇ ਕੋਲ ਸੀ, ਮੈਂ ਐਵੇਂ ਹੀ ਭਟਕਦਾ ਰਿਹਾ, ਮੈਂ ਐਵੇਂ ਡਿੱਗਦਾ ਰਿਹਾ, ਮੈਂ ਐਵੇਂ ਠੁੱਡੇ ਖਾਂਦਾ ਰਿਹਾ। ਸਤਿਗੁਰੂ ਨੇ ਸਿਰ ਤੇ ਹੱਥ ਰੱਖਿਆ ਨਾ, ਉਹਨਾਂ ਨੇਤਰਾਂ ਵਿੱਚ ਵੀ ਜੋਤ ਨਾ ਆ ਗਈ, ਤੇ ਗੁਰੂ ਨੂੰ ਵੇਖੀ ਜਾਂਦਾ ਹੈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਨ ਮੇਂ ਧਮਾਕਾ ਹੈ। ਬਹੁਤ ਵੈਰਾਗੀ ਹੋ ਗਿਆ, ਬਹੁਤ ਵੈਰਾਗੀ ਹੋ ਗਿਆ। ਸਤਿਗੁਰ ਕਹਿਣ ਲੱਗੇ, ਅੱਛਾ ਕੰਠਿਆ ਹੁਣ ਅਸੀਂ ਚੱਲੇ ਆਂ ਗੁਰੂ ਨਾਨਕ ਦੇ ਘਰੋਂ, ਹੋਰ ਕੁਝ ਮੰਗਣਾ ਹੀ? ਆਖਣ ਲੱਗੇ ਪਾਤਸ਼ਾਹ ਬੜੀ ਕਿਰਪਾ ਹੋ ਗਈ ਏ, ਬੜੀਆਂ ਰਹਿਮਤਾਂ ਕਰ ਦਿੱਤੀਆਂ ਨੇ, ਝੋਲੀਆਂ ਭਰ ਦਿੱਤੀਆਂ ਨੇ ਮੇਰੀਆਂ। ਪਾਤਸ਼ਾਹ ਜਾਂਦੇ ਜਾਂਦੇ ਕੀ ਕਿਰਪਾ ਕਰ ਦਿਓ, ਇਹ ਜਿਹੜੇ ਦੁਨਿਆਵੀ ਨੇਤਰ ਨੇ ਨਾ, ਇਹਨਾਂ ਦੀ ਜੋਤ ਨਾ ਫਿਰ ਲੈ ਜਾਓ। ਬੋਲੋ ਸ੍ਰੀ। ਹੁਣ ਮੈਂ ਆਪਣੇ ਗੁਰੂ ਤੋਂ ਇਲਾਵਾ ਹੋਰ ਕਿਸੇ ਨੂੰ ਦੇਖਣਾ ਨਹੀਂ ਚਾਹੁੰਦਾ, ਕਿਉਂਕਿ ਦੀਦਾਰ ਹੁਣ ਅੰਦਰ ਵਸ ਗਏ ਗੁਰੂ ਦੇ, ਹੁਣ ਇਹਨਾਂ ਨੇਤਰਾਂ ਦੀ ਲੋੜ ਨਹੀਂ। ਜਦੋਂ ਵੀ ਅਰਦਾਸ ਕਰੋ ਇਹ ਮੰਗੋ, ਦਰਸ਼ਨ ਪਰਸਿਆ ਗੁਰੂ ਕੈ। ਕਈ ਵਾਰੀ ਕੁਝ ਸੱਜਣ ਜਦੋਂ ਹੁਕਮਨਾਮਾ ਲੈਂਦੇ ਨੇ, ਸ਼ਬਦ ਦੇ ਵਰਤੇ ਨੇ ਦਰਸ਼ਨ ਪਰਸੀਏ, ਪਰ ਪਰਸੀਏ ਨਹੀਂ ਹੈ, ਦਰਸ਼ਨ ਪਰਸਿਆ। ਐੜੇ ਤੇ ਗੁਲਾਮਾਂ ਨੇ। ਫਿਰ ਅੱਗੇ ਪੜਿਆ ਜਾਂਦਾ ਗੁਰੂ ਕੇ, ਫਿਰ ਕੇ ਨਹੀਂ ਕਹਿ, ਉੱਥੇ ਵੀ, ਇੱਥੇ ਵੀ ਗੁਲਾਮਾਂ ਨੇ। ਦਰਸ਼ਨ ਪਰਸਿਆ ਗੁਰੂ ਕਹਿ। ਅੱਗੇ ਸਾਰੇ ਆਖੋ ਜਨਮ ਮਰਨ ਦੁੱਖ ਜਾਏ। ਤੇ ਜਨਮਾਂ ਦੇ ਫਿਰ ਜਿਹੜੇ ਦੁੱਖ ਨੇ, ਸਤਿਗੁਰੂ ਕਹਿੰਦੇ ਨੇ ਉਹ ਤੇਰੇ ਕੱਟੇ ਜਾਣਗੇ। ਬਸ ਇਹ ਅਰਦਾਸ ਕਰੋ, ਦਰਸ਼ਨ ਕੀ ਮਨ ਆਸ ਘਨੇਰੀ, ਦਰਸ਼ਨ ਕੀ ਮਨ ਆਸ ਘਨੇਰੀ, दर्शन की मन आस घनेरी, कोई ऐसा संत मोको बिरहो मिला।
ਜ਼ਿਆਦਾ ਹੋ ਗਿਆ, ਖਿਮਾ ਦਾ ਜਾ ਕਰੇ। ਸਰਬਤ ਦਾ ਧੰਨਵਾਦ। ਰਾਮਕਲੀ ਮਹਿਲਾ